कुदरत कवन हमारी, साध संग नानक जस गायो। जो प्रभ की अत प्यारी, साध संग नानक जस गायो। जो प्रभ की अत प्यारी। वाहिगुरु जी। श्री राग महला पंजवा। जा कौ मुश्किल अत बन, ढोई कोई न दे। लागू होए दुश्मन, साग पिपज खले। जा कौ मुश्किल अत बन, ढोए कोई न दे। लागू होए दुश्मन, साक पे भज खले। सबो भजै आसरा, चुकै सब असरा। चित आवै उस पार बरम, लगै न तत्तेवा। साहिब निताणिया का ताने, आए न जाए थिर सदा। गुर शब्दे सच जान, साहिब निताणिया का तान। आए न जाए थिर सदा, गुर शब्दे सच जान। वाहिगुरु जी का खालसा, वाहिगुरु जी की फतेह। जुगो जुगिया टल, छतर चवर तखते मालक। धन 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 गुरु ग्रंथ साहिब। सतगुरां दे पावन पवित्र दरबार अंदर सजे दरबारां दीयां हाज़रियां भर रही गुरु रूप साध संगत जीओ वडभागे हाँ। साहिबां दी गोद विच बैठ के अमृत बाणी सुखमन ਸਾਹਿਬ ਦੇ पावन पाठ श्रवण कीते। समा बनया चल रही लड़ीवार गुरबाणी दी विचार सांझी करन दा। अज दा जो पावन पवित्र शब्द जिस दी विचार सांझी करनी, राग श्री राग अंदर धन 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 गुरु अर्जन देव पातशाह जिन्हां दी पावन बाणी दी विचार आरंभ होई। इस तो पहला कल तक आपां गुरु अमरदास पातशाह जी महाराज उन्हां दियां उच्चारण कीतियां होईयां अष्टपदियां दी विचार सांझी कीती सी। अज दी जिहड़ी अष्टपदी है इहदे पदे ते नौ ने जो है गुरु अर्जन देव पातशाह उच्चारण कीती होई। ते गुरु प्यार वाले अज दे इस पावन पावन बचनां विच धन गुरु अर्जन देव पातशाह जी महाराज की शुभ उपदेश बख्शिश करते हैं। इस शब्द के रहाव दियां पंक्तियां ने, साहिब निताणिया का धाम। वाहिगुरु पारब्रह्म परमेश्वर नूं साहिब दा दर्जा दे के ते मुखातब किया कि मेरा साहिब, मेरा मालक, मेरा वाहिगुरु किवें दा है। साहिब कहते ने जिन्हां दा तान कोई नहीं ना, उन्हां दा तान वो बन जाता। तान किनूं कहंदे आ? बल। जिन्हां दे आप कमज़ोर ने बल ने, उन्हां दा बल मेरा सच्चा साईं वाहिगुरु आप बन जांदा। साहिब कहंदे निताणिया का तान। फिर उहदी एक होर खूबी है। देखो साडा कोई बांह पकड़न वाला कोई संगी साथी भैन भरा सज्जन मित्र होवे ना,
ਤੇ ਉਹ ਕਹਿ ਦੇਵੇ ਸਾਨੂੰ ਬਚਨ ਕਰਕੇ ਕਿ ਭਾਈ ਘਬਰਾਈ ਨਾ, ਮੈਂ ਤੇਰੇ ਨਾਲ ਹਾਂ। ਸੁਭਾਵਕ ਹੀ ਉਹਨੂੰ ਥੋੜ੍ਹਾ ਜਿਹਾ ਕੰਮ ਪੈ ਗਿਆ ਤੇ ਉਹ ਸਾਡੇ ਕੋਲੋਂ ਥੋੜ੍ਹੀ ਦੂਰੀ 'ਤੇ ਚਲਾ ਗਿਆ। ਇੱਧਰੋਂ ਮਨ 'ਚ ਖਿਆਲ ਆਉਣ ਲੱਗ ਪੈਂਦੇ, ਕਹਿੰਦਾ ਸੀ ਮੈਂ ਤੇਰੇ ਨਾਲ ਹਾਂ, ਤੇ ਜੇ ਐਸੀ ਗੱਲ ਹੁਣੇ ਵਾਪਰ ਜਾਏ ਤਾਂ ਫਿਰ ਮੇਰੀ ਕੌਣ ਭਾਈ ਸਹਾਇਤਾ ਕਰੇਗਾ। ਉੱਥੇ ਸਾਡਾ ਮਨ ਡਾਵਾਂ-ਡੋਲ ਹੋ ਜਾਂਦਾ। ਜਿਹਨੇ ਸਾਡੇ ਨਾਲ ਵਾਅਦਾ ਕੀਤਾ ਹੁੰਦਾ ਏ, ਜੋ ਕੋਲ ਨਹੀਂ ਹੈਗਾ ਤਾਂ ਜਾਂ ਸਮੇਂ ਸਿਰ ਨਹੀਂ ਪਹੁੰਚਿਆ ਤੇ ਮਨ ਸਾਡਾ ਜਿਹੜਾ ਘਬਰਾ ਜਾਂਦਾ। ਕਿਸੇ ਨੇ ਕੋਈ ਵਾਅਦਾ ਕੀਤਾ, ਫਿਕਰ ਨਾ ਕਰੀ, ਤੇਰੀ ਬੱਚੀ ਦੀ ਸ਼ਾਦੀ ਹੈ, ਅਸੀਂ ਤੇਰੀ ਪੂਰੀ ਇਮਦਾਦ ਕਰਾਂਗੇ, ਤੂੰ ਦਾਜ ਦਮ ਲੈਣ ਵਾਸਤੇ ਜਾਣਾ, ਮਾਇਆ ਦੀ ਲੋੜ ਹੀ ਮਾਇਆ ਦਿਆਂਗੇ, ਖੜੇ ਹੋਣ ਦੀ ਲੋੜ ਹੋਈ ਖੜੇ ਹੋਵਾਂਗੇ ਤੇਰੇ ਨਾਲ। ਹੁਣ ਜਾਣਾ ਬੱਚੀ ਦੇ ਵਿਆਹ ਦੀ ਸਮੱਗਰੀ ਖਰੀਦਣ ਵਾਸਤੇ। ਮਿੱਤਰ ਨੇ ਇੰਨੀ ਗੱਲ ਕਹਿ ਦਿੱਤੀ, ਸਰ ਪਹੁੰਚਿਆ ਕੋਈ ਨਹੀਂ, ਪਰਿਵਾਰ ਨੂੰ ਤਿਆਰ ਕੀਤਾ, ਆਪਾਂ ਸ਼ਹਿਰ ਜਾਣਾ, ਪਰ ਅਜੇ ਤੱਕ ਉਹ ਆਇਆ ਨਹੀਂ। ਮਨ ਦੀ ਕੀ ਹਾਲਤ ਹੋਏਗੀ? ਡਾਵਾਂਡੋਲ ਹੋਵੇਗਾ, ਘਬਰਾਵੇਗਾ, ਕਿਵੇਂ ਪੈਸੇ ਦਾ ਪ੍ਰਬੰਧ ਹੋਏਗਾ, ਕਿੱਦਾਂ ਵਸਤੂਆਂ ਲੈ ਕੇ ਆਵਾਂਗੇ। ਪਰ ਸਤਿਗੁਰ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਮਨ ਨੂੰ ਇੱਕ ਬਹੁਤ ਵੱਡੀ ਟੇਕ ਸਮਝਾ ਰਹੇ ਨੇ, ਬਹੁਤ ਵੱਡਾ ਹੌਂਸਲਾ ਦੇ ਰਹੇ ਨੇ, ਸਾਡੇ ਮਨ ਨੂੰ ਬੁਲੰਦੀਆਂ ਵਾਲੇ ਪਾਸੇ ਰੱਖ ਰਹੇ ਨੇ। ਸਾਹਿਬ ਕਹਿੰਦੇ ਨੇ, ਜਿਸ ਮਾਲਕ ਦੀ ਟੇਕ ਤੂੰ ਤੱਕੀ ਹੈ ਨਾ, ਉਹ ਜ਼ਾਤਾ ਜਿਹੜਾ ਹੈ ਉਹ ਹਰ ਵਕਤ ਤੇਰੇ ਨਾਲ ਹੈ, ਤੇਥੋਂ ਕਿਤੇ ਦੂਰ ਨਹੀਂ ਜਾਂਦਾ। ਆਏ ਨਾ ਜਾਈ ਫਿਰ ਸਦਾ, ਉਹ ਨਾ ਜੰਮਣ ਮਰਨ ਵਿੱਚ ਆਉਂਦਾ ਹੈ, ਨਾ ਕਿਤੇ ਤੇਥੋਂ ਵਿੱਥ ਪਾਉਂਦਾ ਹੈ। ਸਾਹਿਬ ਕਹਿੰਦੇ ਨੇ, ਜੇ ਉਸ ਨੂੰ ਤੂੰ ਉਹਦੇ ਨਾਮ ਦੇ ਨਾਲ ਸਾਂਝ ਪਾ ਕੇ ਚੇਤੇ ਕਰੇ ਤੇ ਸ਼ਬਦ ਦਾ ਸਦਕਾ ਹਰ ਵਕਤ ਹੀ ਤੇਰੇ ਨਾਲ ਰਹਿੰਦਾ। ਗੁਰ ਸ਼ਬਦੀ ਸੱਚ ਜਾਣ, ਗੁਰੂ ਦੇ ਸ਼ਬਦ ਦੁਆਰਾ, ਵਾਹਿਗੁਰੂ ਦੇ ਨਾਮ ਦੁਆਰਾ ਉਹ ਵਾਹਿਗੁਰੂ ਹਮੇਸ਼ਾ ਹੀ ਸਾਡੇ ਨਾਲ ਰਹਿੰਦਾ ਹੈ, ਕਿਤੇ ਸਾਨੂੰ ਛੱਡ ਕੇ ਨਹੀਂ ਜਾਂਦਾ। ਐਸਾ ਉਹ ਸਾਥ ਨਿਭਾਉਣ ਵਾਲਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ। ਦੇਖੋ ਆ ਕੇ ਕੁਝ ਲੋਕਾਂ ਨੇ ਨਾ, ਸਿੱਖਾਂ ਨੇ, ਸਤਿਗੁਰੂ ਨੇ ਖਬਰ ਦਿੱਤੀ। ਖਬਰ ਕੀ ਸੀ? ਕਹਿਣ ਲੱਗੇ ਪਾਤਸ਼ਾਹ ਕਿਸੇ ਗੱਲ ਦਾ ਪਤਾ ਲੱਗਾ। ਸਾਹਿਬ ਕਹਿਣ ਲੱਗੇ ਦੱਸੋ ਭਾਈ। ਕਈ ਗੱਲਾਂ ਐਸੀਆਂ ਵੀ ਹੁੰਦੀਆਂ ਜਿਹਦੇ ਬਾਰੇ ਨਹੀਂ ਵੀ ਪਤਾ ਲੱਗ ਸਕਦਾ, ਤੁਸੀਂ ਕਿਹੜੀ ਨਵੀਂ ਕੋਈ ਗੱਲ ਲੈ ਕੇ ਆਏ ਹੋ? ਕਹਿਣ ਲੱਗੇ ਪਾਤਸ਼ਾਹ ਤੁਹਾਡਾ ਭਰਾ ਪ੍ਰਿਥੀ ਚੰਦ ਤੁਹਾਡੇ ਉੱਤੇ ਸੁਲਹੀ ਖਾਨ ਚੜ੍ਹਾ ਕੇ ਲੈ ਆਇਆ, ਜਿਹਦੇ ਕੋਲ ਸ਼ਾਹੀ ਫੌਜਾਂ ਨੇ, ਬੜਾ ਵੱਡਾ ਦਸਤਾ ਹੈ। ਸਤਿਗੁਰੂ ਉਹਦੇ ਤੋਂ ਬਚਣ ਦਾ ਕੋਈ ਪ੍ਰਬੰਧ ਕਰ ਲੈਣਾ ਸੀ, ਤਾਂ ਕਿ ਉਹ ਹਮਲਾ ਕਰਕੇ ਇਹ ਪਾਵਨ ਨਗਰੀ ਜੋ ਗੁਰੂ ਪਿਤਾ ਨੇ ਜਿਹਦੀ ਨੀਂਹ ਰੱਖੀ ਸੀ, ਪਾਤਸ਼ਾਹ ਹੁਣੇ ਤੇ ਤਿਆਰ ਹੋਈ ਕਿ ਤੈਨੂੰ ਨੇਸਤੋਂ ਨਬੋਧੀ ਨਾ ਕਰ ਜਾਵੇ। ਆ ਸੋਹਣਾ ਹਰਿਮੰਦਰ ਸਾਹਿਬ ਜੋ ਤਿਆਰ ਕੀਤਾ ਹੈ ਪਾਤਸ਼ਾਹ, ਕਿਤੇ ਢਾਹ ਢੇਰੀ ਨਾ ਕਰ ਜਾਵੇ, ਕੋਈ ਹੋਰ ਜਾਨੀ ਨੁਕਸਾਨ ਨਾ ਹੋ ਜਾਵੇ। ਸਾਹਿਬ ਕਹਿਣ ਲੱਗੇ ਫਿਰ ਤੁਸੀਂ ਸਲਾਹ ਦਿਓ ਕੀ ਕੀਤਾ ਜਾਏ। ਕਹਿਣ ਲੱਗੇ ਪਾਤਸ਼ਾਹ ਸਾਡੀ ਸਲਾਹ ਤਾਂ ਇਹੀ ਹੋਈ ਹੈ ਕਿ ਇਉਂ ਕਰੋ, ਇੱਕ ਚਿੱਠੀ ਲਿਖੋ ਜਿਸ 'ਚ ਗੁਰੂ ਨਾਨਕ ਦੇ ਘਰ ਦੀ ਮਹਿਮਾ ਦੱਸੀ ਹੋਵੇ, ਅਤੇ ਉਹ ਚਿੱਠੀ ਨੂੰ ਲੈ ਕੇ ਕੋਈ ਤੁਹਾਡੇ ਸੱਜਣ ਮਿੱਤਰ 4 ਅਤੇ ਸੁਲਹੀ ਖਾਂ ਦੇ ਕੋਲ ਜਾਣ ਔਰ ਉਹਨੂੰ ਕਹਿਣ ਪਏ ਮਿੱਤਰਾ ਆਹ ਹੈ ਗੁਰੂ ਘਰ ਦੀ ਪੋਜੀਸ਼ਨ, ਅਤੇ ਆਪ ਇਹਨੂੰ ਪੜ੍ਹ ਲਓ। ਅਤੇ ਸਤਿਗੁਰੂ ਪਾਤਸ਼ਾਹ ਸ਼ਾਇਦ ਤੁਹਾਡੇ ਹੱਥਾਂ ਦੀ ਚਿੱਠੀ ਪੜ੍ਹ ਕੇ ਉਹਦੇ ਮਨ ਉੱਤੇ ਅਸਰ ਹੋਵੇ ਅਤੇ ਉਹ ਪ੍ਰਿਥੀ ਚੰਦ ਦਾ ਸਾਥ ਦੇਣ ਲੱਗਿਆਂ ਮੁਨਕਰ ਹੋ ਜਾਏ। ਚੰਗੀ ਗੱਲ ਹੈ ਕਿ ਇਸ ਨਗਰੀ ਉੱਤੇ ਹਮਲਾ ਨਾ ਕਰੇ। ਸਾਹਿਬ ਕਹਿੰਦੇ ਤੁਹਾਡਾ ਧੰਨਵਾਦ ਹੈ ਭਾਈ, ਜੋ ਮੈਨੂੰ ਇੰਨੀ ਰਾਏ ਤੁਸੀਂ ਦਿੱਤੀ ਹੈ, ਸਲਾਹ ਦਿੱਤੀ ਹੈ, ਤੁਹਾਡੇ ਮਨ ਵਿੱਚ ਇਸ ਨਗਰੀ ਦੀ ਸਲਾਮਤੀ ਵਾਸਤੇ ਇਹ ਵਿਚਾਰ ਆਈ ਹੈ, ਇਕੱਠੇ ਹੋ ਕੇ ਮੇਰੇ ਕੋਲ ਆਏ ਹੋ, ਅਤੇ ਬੜੀ ਚੰਗੀ ਵਧੀਆ ਗੱਲ। ਸਤਿਗੁਰਾਂ ਨੂੰ ਇਹ ਬਚਨ ਕਰਕੇ ਉਹ ਸੱਜਣ ਪਾਸੇ ਹੋਏ ਨੇ ਅਤੇ ਕੁਝ ਸੱਜਣ ਹੋਰ ਨੇੜੇ ਹੋ ਗਏ। ਕਹਿਣ ਲੱਗੇ ਆਓ ਭਾਈ ਤੁਸੀਂ ਕਿਸ ਤਰ੍ਹਾਂ ਆਏ? ਕਹਿੰਦੇ ਪਾਤਸ਼ਾਹ ਇਸੇ ਮਸਲੇ 'ਤੇ ਅਸੀਂ ਵੀ ਤੁਹਾਡੇ ਕੋਲ ਆਏ। ਅਤੇ ਕਹਿੰਦੇ ਤੁਹਾਡੀ ਕੋਈ ਸਲਾਹ ਵੱਖਰੀ? ਕਹਿੰਦੇ ਹਾਂ ਮਹਾਰਾਜ ਸਾਡੀ ਸਲਾਹ ਵੱਖਰੀ। ਕਹਿਣ ਲੱਗੇ ਦੱਸੋ? ਕਹਿਣ ਲੱਗੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਐਸੇ ਕੁਝ ਸਿਆਣੇ ਸੱਜਣ ਮਿੱਤਰ ਜਿਹੜੇ ਨੇ ਉਹਨਾਂ ਨੂੰ, ਗੁਰੂ ਸਿੱਖਾਂ ਨੂੰ
ਜਿਹੜੇ ਚੰਗੀ ਗੱਲ ਕਰਨ ਵਾਲੇ ਹੋਣ, ਭਾਈ ਗੁਰਦਾਸ ਜੀ ਵਰਗੇ, ਬਾਬਾ ਬੁੱਢਾ ਜੀ ਵਰਗੇ, ਉਹਨਾਂ ਨੂੰ ਭੇਜੋ। ਤੇ ਕੀ ਕਰੇ? ਉਹ ਸੁਲਹੀ ਖਾਂ ਦੇ ਕੋਲ ਜਾ ਕੇ ਆਮੋ ਸਾਹਮਣੇ ਹੋ ਕੇ ਗੱਲਾਂ ਬਾਤਾਂ ਕਰਨ। ਹੋ ਸਕਦਾ ਆ ਜਿਹੜੇ ਭਰਾ ਸਾਡੇ ਸਲਾਹ ਦੇ ਕੇ ਗਏ ਨੇ, ਚਿੱਠੀ ਲਿਖ ਕੇ ਭੇਜੋ, ਪੱਤਰਕਾ ਲਿਖ ਕੇ ਭੇਜੋ, ਉਹ ਪੱਤਰਕਾ ਲੈ ਕੇ ਜੇਬ ਵਿੱਚ ਪਾ ਲੈ ਤੇ ਪੜ੍ਹੇ ਹੀ ਕੋਈ ਨਾ, ਤੇ ਹਮਲਾ ਕਰ ਦੇਵੇ ਅੰਮ੍ਰਿਤਸਰ ਸਾਹਿਬ ਦੇ ਉੱਤੇ, ਤੇ ਕਿੰਨਾ ਨੁਕਸਾਨ ਹੋਵੇਗਾ। ਪਾਤਸ਼ਾਹ ਜਦੋਂ ਸੱਜਣ ਜਾਣਗੇ, ਗੁਰਮੁਖ ਗੁਰਸਿੱਖ ਜਾਣਗੇ, ਉਹਦੇ ਨਾਲ ਸਾਹਮਣੇ ਬੈਠ ਕੇ ਗੱਲਬਾਤ ਕਰਨਗੇ। ਸੁਲਹੀ ਖਾਂ, ਜਿਹੜਾ ਤੂੰ ਕੰਮ ਕਰਨ ਵਾਸਤੇ ਆਇਆ ਹੈ, ਇਹ ਸ਼ੁਭ ਦਾ ਨਹੀਂ, ਇਹ ਗੁਰੂ ਨਾਨਕ ਦਾ ਘਰ, ਇਹ 'ਤੇ ਹਮਲਾ ਕਰਨਾ ਜਿਹੜਾ ਉਹ ਚੰਗੀ ਗੱਲ ਨਹੀਂ। ਇੱਥੋਂ ਦਾਤਾਂ ਮਿਲਦੀਆਂ ਨੇ, ਸਹਿਬੀਆਂ ਮਿਲਦੀਆਂ ਨੇ, ਲੋੜਾਂ ਪੂਰੀਆਂ ਹੁੰਦੀਆਂ ਨੇ, ਕਾਮਨਾ ਪੂਰੀਆਂ ਹੁੰਦੀਆਂ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੁਹਾਡਾ ਵੀ ਧੰਨਵਾਦ, ਤੁਸੀਂ ਵਿਚਾਰ ਦੇ ਕੇ ਚੱਲੇ। ਇਸ ਤੋਂ ਬਾਅਦ ਇਹ ਪਾਸੇ ਹੋਏ ਤੇ ਕੁਝ ਹੋਰ ਸੱਜਣ ਨੇੜੇ ਹੋ ਗਏ। ਜਿਹੜੀ ਵੀ ਵਿਚਾਰ ਮੈਂ ਕਰ ਰਿਹਾ ਤੁਹਾਡੇ ਨਾਲ ਸਾਂਝੀ, ਇਹ ਗੁਰਬਾਣੀ ਵਿੱਚ ਹੈ, ਗੁਰਬਾਣੀ ਤੋਂ ਬਾਹਰ ਦੀ ਹੈ ਨਹੀਂ ਹੈਗੀ। ਉਹ ਆਏ ਸਿੱਖ ਤੇ ਬਚਨ ਕੀਤਾ, ਭਾਈ ਆਪ ਕਿੱਦਾਂ ਆਏ ਪਾਤਸ਼ਾਹ? ਇਸੇ ਮਸਲੇ 'ਤੇ ਅਸੀਂ ਵੀ ਸਲਾਹ ਦੇਣ ਵਾਸਤੇ ਆਏ, ਦੱਸੋ ਤੁਹਾਡੀ ਕੀ ਸਲਾਹ? ਕਹਿੰਦੇ ਪਾਤਸ਼ਾਹ ਸਾਡੀ ਤਾਂ ਇੰਨੀ ਕੀ ਸਲਾਹ ਹੈ, ਅਸੀਂ ਸੁਣਿਆ ਕਿ ਪ੍ਰਿਥੀ ਚੰਦ ਨੇ ਤੁਹਾਡੇ ਉੱਤੇ ਸੁਲਹੀ ਖਾਂ ਨੂੰ ਚੜ੍ਹਾ ਕੇ ਲਿਆਂਦਾ, ਹੁਣ ਉਹ ਹਮਲਾ ਕਰੇਗਾ, ਨੁਕਸਾਨ ਹੋਏਗਾ। ਅਸੀਂ ਇਹੋ ਗੱਲ ਕਹਿਣੀ ਚਾਹੁੰਦੇ, ਚਾਹੇ ਤੇ ਉਹਨਾਂ ਭਰਾਵਾਂ ਦੀ ਗੱਲ ਮੰਨ ਲਓ, ਚਿੱਠੀ ਲਿਖ ਦਿਓ, ਚਾਹੇ ਇਹਨਾਂ ਭਰਾਵਾਂ ਦੀ ਗੱਲ ਮੰਨ ਲਓ ਕਿ ਉਹ 4 5 10 ਬੰਦੇ ਜਣ ਕੇ ਭੇਜ ਦਿਓ, ਜਿਹੜੇ ਕਿ ਸਲਾਹ ਕਰਨ, ਤਾਂ ਕਿ ਇਸ ਨਗਰੀ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਸਾਹਿਬ ਕਹਿਣ ਲੱਗੇ, ਚਿੰਤਾ ਨਾ ਕਰੋ, ਫਿਕਰ ਨਾ ਕਰੋ, ਅਸੀਂ ਪ੍ਰਬੰਧ ਕਰਕੇ ਰੱਖਿਆ ਹੋਇਆ ਤੇ ਕਰ ਲਿਆ ਹੋਇਆ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਪਾਤਸ਼ਾਹ ਤੁਹਾਡਾ ਪ੍ਰਬੰਧ ਹੋ ਚੁੱਕਾ ਹੋਇਆ? ਕਹਿੰਦੇ ਬਿਲਕੁਲ ਹੋ ਚੁੱਕਾ ਹੋਇਆ। ਮਹਾਰਾਜ ਕਿੱਥੇ ਨੇ ਫੌਜਾਂ ਆਪਣੀਆਂ, ਕਿੱਥੇ ਹੈ ਅਸਲਾ ਆਪਣਾ, ਕਿੱਥੇ ਨੇ ਸਿਪਾਹੀ ਆਪਣੇ ਜਿਹੜੇ ਕਿ ਉਹਦੀਆਂ ਫੌਜਾਂ ਨਾਲ ਲੜਨਗੇ? ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਕੋਈ ਲੋੜ ਹੀ ਕੋਈ ਨਹੀਂ ਫੌਜਾਂ ਦੀ, ਕੋਈ ਅਸਲੇ ਦੀ ਲੋੜ ਹੀ ਕੋਈ ਨਹੀਂ ਹੈਗੀ। ਮਹਾਰਾਜ ਪ੍ਰਬੰਧ ਕਿੱਥੇ ਹੈ? ਕਹਿੰਦੇ ਅਸੀਂ ਆਪਣੇ ਇਸ ਕਾਰਜ ਦੀ ਵਾਗ ਡੋਰ ਜਿਹੜੀ ਹੈ ਨਾ, ਉਹ ਪਰਮਾਤਮਾ ਦੇ ਹੱਥ ਪਕੜਾ ਦਿੱਤੀ ਹੋਈ, ਵਾਹਿਗੁਰੂ ਦੇ ਹੱਥ ਵਿੱਚ ਦੇ ਦਿੱਤੀ ਹੋਈ। ਸਤਿਗੁਰੂ ਬਚਨ ਉਚਾਰਨ ਕੀਤਾ ਹੈ, ਰਾਗ ਆਸਾ ਵਿੱਚ ਸ਼ਬਦ ਹੈ। ਸਾਹਿਬ ਕਹਿੰਦੇ ਨੇ, ਪ੍ਰਥਮੈ ਮਤਾ ਜੇ ਪੱਤਰੇ ਚਲਾਵ, ਪਹਿਲੀ ਸਲਾਹ ਆਈ ਕਿ ਪੱਤਰੀ ਭਾਵੇਂ ਪੱਤਰ ਕਾ ਚਿੱਠੀ ਪਰਵਾਨਾ ਕੋਈ ਲਿਖ ਕੇ ਭੇਜੋ। ਪਹਿਲੀ ਸਲਾਹ ਪ੍ਰਥਮੈ ਮਤਾ ਜੇ ਪੱਤਰੇ ਚਲਾਵ, ਦੁਤੀਏ ਮਤਾ ਦੇ ਮਾਨਖ ਪਹੁੰਚਾਓ। ਦੂਜੀ ਸਲਾਹ ਇਹ ਆਈ ਕਿ 2-4 ਸਿਆਣੇ ਸੱਜਣ ਜਿਹੜੇ ਨੇ ਉਹ ਭੇਜ ਦਿੱਤੇ ਜਾਣ। ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਤੀਜੀ ਸਲਾਹ ਮਸ਼ਵਰਾ ਸਾਡੇ ਕੋਲ ਆਇਆ, ਮਹਾਰਾਜ ਚਾਹੇ ਤੇ ਭਾਈ ਚਿੱਠੀ ਭੇਜੋ, ਚਾਹੇ ਬੰਦਿਆਂ ਦਾ ਪ੍ਰਬੰਧ ਕਰੋ, ਫੌਜ ਦਾ ਪ੍ਰਬੰਧ ਕਰੋ, ਜਾਂ ਸਿਆਣੇ ਬੰਦੇ ਭੇਜੋ ਤੇ ਉਹਨਾਂ ਨਾਲ ਸਲਾਹ ਮਸ਼ਵਰਾ ਕਰਨ। ਮਹਾਰਾਜ ਕੁਝ ਨਾ ਕੁਝ ਕਰ ਲੈਣਾ ਚਾਹੀਦਾ। ਤੇ ਸਾਹਿਬ ਕਹਿੰਦੇ ਨੇ, ਮੈਂ ਸਭ ਕਿਛ ਛੋੜੇ ਪ੍ਰਭ ਤੂੰ ਹੀ ਤੇ ਆਇਆ। ਵੀ ਗੁਰੂ ਪਿਆਰੇ ਇੱਕ ਵਾਰ ਰਸਨਾ ਕਰੋ, ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਹੈ, ਅਸੀਂ ਤੇ ਸਿਮਰਨ ਕੀਤਾ ਸੱਚੇ ਸਾਈਂ ਦਾ, ਜਿਹਦਾ ਇਹ ਸੋਹਣਾ ਘਰ ਬਣਾਇਆ ਨਾ ਹਰਿਮੰਦਰ ਸਾਹਿਬ, ਜੋ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਜੋਤ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਸ ਨਗਰ ਦੀ ਨੀਂਹ ਰੱਖੀ ਹੈ। ਇਹ ਉਹਨਾਂ ਦੀ ਰੱਖੀ ਨੀਂਹ ਜਿਹੜੀ ਹੈ ਅਵਚਲ ਨੀਂਹ ਹੈਗੀ ਹੈ, ਸਦਾ ਹੀ ਚੜ੍ਹਦੀ ਕਲਾ ਵਿੱਚ ਰਹੇਗੀ। ਇਹ ਗੁਰੂ ਨਾਨਕ ਦਾ ਘਰ ਸਦਾ ਕਾਇਮ ਰਹੇਗਾ। ਇਹ ਤੇ ਦੁਸ਼ਮਣ ਚੜ੍ਹ ਕੇ ਆਏਗਾ ਨਾ, ਆਪ ਢਹਿ ਢੇਰੀ ਹੋ ਜਾਏਗਾ, ਇਹਨੂੰ ਨਹੀਂ ਕਰ ਸਕੇਗਾ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਹੌਸਲਾ ਦਿੱਤਾ ਕਿ ਜੇ ਆਪਾਂ ਆਪਣੇ ਜੀਵਨ ਦੀ ਡੋਰੀ ਮਾਲਕ ਦੇ ਹੱਥ 'ਚ ਦੇ ਦਈਏ ਨਾ, ਤੇ ਸਾਡਾ ਕੁਝ ਵੀ ਕੋਈ ਵਿਗਾੜ ਨਹੀਂ ਸਕਦਾ। ਤੋ ਸਤਿਗੁਰੂ ਪਾਤਸ਼ਾਹ ਇਸ ਸਲੋਕ ਦੇ ਅੰਦਰ ਜੋ ਕਿ ਆਪਣੇ ਅਸ਼ਟਪਦੀ ਦੇ ਅੰਦਰ ਰਹਾਉ ਦੀਆਂ ਪੰਕਤੀਆਂ ਸਾਹਿਬ ਦੀ ਵਡਿਆਈ ਕਰਦਿਆਂ ਹੋਇਆਂ ਸਾਡੇ ਨਾਲ ਸਾਂਝ ਪਵਾ ਰਹੇ ਨੇ। ਸਾਹਿਬ ਨਿਤਾਨਿਆ ਕਾ ਤਾਣ, ਮੇਰਾ ਸੱਚਾ ਸਾਈਂ ਵਾਹਿਗੁਰੂ ਜਿਹੜਾ ਹੈ ਨਾ, ਉਹ ਕਮਜ਼ੋਰਾਂ ਦੀ ਸਹਾਇਤਾ ਕਰਨ ਵਾਲਾ ਹੈ, ਉਹਨਾਂ ਦਾ ਬਲ ਹੈ ਬੰਦਾ। ਜਿਵੇਂ ਸਾਹਿਬ ਕਹਿੰਦੇ ਨੇ, ਮਹਿਮਾਨ ਤੇਰੀ ਟੇਕ ਮੇਰੇ ਪਿਆਰੇ, ਮਹਿਮਾਨ ਤੇਰੀ ਟੇਕ
अवर सियाण पंबेर थियां प्यारे, राखण कहो तुम एक। साड़ा राखा कौन है? इको एक तू ही है। तेरी टेक तेरा आसरा असली अपने मन में तकिया है। साहिबा करी किरपा। तो साहब कहते ने ऐसा ओ दाता जिहड़ा कि सदा कायम रहन वाला, आए ना जाई। ਇਹਦਾ मतलब आउण जाण ਦੇ ਚੱਕਰ ਵਿੱਚ नहीं हैगा जिवें ਅਸੀਂ ਆ। ਅਸੀਂ ਕੀ ਆ? ਆਵਾਗਾਉਣ ਦੇ ਚੱਕਰ ਵਿੱਚ ਆ, ਜਨਮ ਮਰਨ ਦੇ ਚੱਕਰ ਵਿੱਚ ਆ। ਪਰ ਵਾਹਿਗੁਰੂ ਜਿਹੜਾ ਆਏ ਨਾ ਜਾਈ, ਇੱਦਾਂ ਦੇ ਚੱਕਰ ਵਿੱਚ ਉਹ ਨਹੀਂ ਪੈਂਦਾ। ਫਿਰ ਸਦਾ ਉਹ ਸਦਾ ਹੀ ਕਾਇਮ ਹੈ, ਚਾਹੇ ਕਿਹੜਾ ਸਮਾਂ ਚੱਲਦਾ ਪਿਆ ਹੈ, ਉਹਦੀ ਹੋਂਦ ਜਿਹੜੀ ਹਰ ਵਕਤ ਕਾਇਮ ਰਹਿੰਦੀ ਹੈ। ਗੁਰ ਸ਼ਬਦੀ ਸੱਚ ਜਾਣ। ਜੇ ਇਸ ਗੱਲ ਨੂੰ ਸਮਝਣਾ ਹੋਵੇ ਨਾ ਤੇ ਗੁਰੂ ਦੀ ਸ਼ਬਦ ਦੀ ਟੇਕ ਲੈ, ਗੁਰੂ ਦੇ ਸ਼ਬਦ ਦੀ ਟੇਕ ਲੈ, ਆਸਰਾ ਲੈ, ਤੇ ਤੈਨੂੰ ਅਸਲੀਅਤ ਦਾ ਪਤਾ ਲੱਗ ਜਾਏਗਾ। ਹੁਣ ਸਤਿਗੁਰ ਪਾਤਸ਼ਾਹ ਇਸ ਗੱਲ ਦੀ ਪ੍ਰੋੜਤਾ ਵਾਸਤੇ ਸ਼ਬਦ ਦਾ ਪਹਿਲਾ ਪਦਾ ਪਹਿਲਾ ਬੰਦ ਜਿਹੜਾ ਹੈ ਉਚਾਰਨ ਕਰਦੇ ਨੇ, ਤੇ ਉਹਦੇ ਵਿੱਚ ਕਿਵੇਂ ਸਤਿਗੁਰ ਪਾਤਸ਼ਾਹ ਸਾਡਾ ਹੋਰ ਹੌਸਲਾ ਜਿਹੜਾ ਹੈ ਉਹ ਬੁਲੰਦ ਕਰਦੇ ਨੇ। ਬੜੇ ਪਿਆਰ ਭਰੇ ਬਚਨਾਂ ਦੇ ਅੰਦਰ ਸਤਿਗੁਰਾਂ ਨੇ ਇਸ ਨੂੰ ਸੇਧ ਪ੍ਰਦਾਨ ਕੀਤੀ ਹੈ। ਸ੍ਰੀ ਰਾਗ ਮਹਿਲਾ ਪੰਜਵਾਂ। ਜਾ ਕਉ ਔਸ਼ਕਲ ਅਤ ਬਣੇ, ਢੋਈ ਕੋਏ ਨਾ ਦੇ। ਕਈ ਵਾਰ ਇਸ ਤਰ੍ਹਾਂ ਦਾ ਸਮਾਂ ਬਣ ਜਾਂਦਾ ਮਨੁੱਖ ਦੇ ਉੱਤੇ। ਸਾਹਿਬ ਕਹਿੰਦੇ ਨੇ ਇੰਨੀ ਭੀੜਾ ਕਿਸੇ ਵਕਤ ਬਣ ਜਾਂਦੀ, ਇੱਥੋਂ ਤੱਕ ਕੋਈ ਆਸਰਾ ਦੇਣ ਵਾਸਤੇ ਤਿਆਰ ਨਹੀਂ ਹੁੰਦਾ, ਕੋਈ ਬਾਂਹ ਪਕੜਨ ਵਾਸਤੇ ਤਿਆਰ ਨਹੀਂ ਹੁੰਦਾ, ਕੋਈ ਹੌਸਲਾ ਦੇਣ ਵਾਸਤੇ ਤਿਆਰ ਨਹੀਂ ਹੁੰਦਾ। ਸਾਹਿਬ ਕਹਿੰਦੇ ਨੇ ਇੱਥੋਂ ਤਿੱਕਰ ਬਿਰਤੀ ਬਣ ਜਾਏ, ਅਵਸਥਾ ਬਣ ਜਾਏ ਕਿਵੇਂ ਦੀ? ਲਾਗੂ ਹੋਵੇ ਦੁਸ਼ਮਣ ਸਾਕ ਪਿਪਾਜ ਖਲੇ। ਸਾਹਿਬ ਕਹਿੰਦੇ ਨੇ ਭਾਈ ਜੋ ਕਿ ਵੈਰੀ ਹੈ ਉਹ ਤੇ ਉੱਤੇ ਚੜ੍ਹ ਕੇ ਆ ਰਿਹਾ, ਦੁਸ਼ਮਣ ਉੱਤੇ ਚੜ੍ਹ ਕੇ ਆ ਰਿਹਾ। ਤੇ ਜਿਹੜੇ ਰਿਸ਼ਤੇਦਾਰ ਸਾਕ ਸੰਬੰਧੀ ਭੈਣ ਭਰਾ ਕਹਿੰਦੇ ਸੀ ਘਬਰਾਈ ਕੋਣ ਨਾ, ਅਸੀਂ ਤੇਰੀ ਬਾਂਹ ਪਕੜਾਂਗੇ, ਤੇਰੇ ਪਾਸੇ ਖੜੇ ਹੋਵਾਂਗੇ। ਸਾਹਿਬ ਕਹਿੰਦੇ ਨੇ ਉਹ ਰਿਸ਼ਤੇਦਾਰ ਸਾਕ ਸੰਬੰਧੀ ਵੀ ਦੌੜ ਗਏ ਨੇ। ਹੁਣ ਤੇ ਨੇੜੇ ਕੋਈ ਨਹੀਂ ਖਲੋਤਾ। ਹੁਣ ਦਸ ਇਸ ਮੁਸ਼ਕਿਲ ਵਿੱਚ ਅਸੀਂ ਇਕੱਲੇ ਹੀ ਰਹਿ ਗਏ ਹਾਂ। ਸਾਕ ਪੇ ਭੱਜ ਖਲੇ। ਸਾਡੇ ਸਾਕ ਰਿਸ਼ਤੇਦਾਰ ਸਾਕ ਸੰਬੰਧੀ ਜਿਹੜੇ ਨੇ ਸਾਡੀ ਬਾਂਹ ਛੱਡ ਕੇ ਚਲੇ ਗਏ ਨੇ। ਸਾਹਿਬ ਕਹਿੰਦੇ ਨੇ ਭਾਈ ਐਸਾ ਉਹ ਦਾਤਾ ਇਸ ਤਰ੍ਹਾਂ ਦੀ ਮੁਸ਼ਕਿਲ ਵਿੱਚ ਮਨੁੱਖ ਨੂੰ ਕਿਵੇਂ ਟੇਕ ਪ੍ਰਦਾਨ ਕਰਦਾ ਹੈ। ਕਹਿੰਦੇ ਨੇ ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾ। ਕਹਿੰਦੇ ਨੇ ਭਾਈ ਸਾਰੇ ਆਸਰੇ ਜਿਹੜੇ ਜਵਾਬ ਦੇ ਦੇਣ। ਜਿਨ੍ਹਾਂ ਕਿਹਾ ਸੀ ਘਬਰਾਇਓ ਜੇ ਨਾ, ਅਸੀਂ ਹਰ ਵਕਤ ਤੁਹਾਡੇ ਨਾਲ, ਚਿੰਤਾ ਨਹੀਂ ਕਰਨੀ ਹੈਗੀ। ਸਾਹਿਬ ਕਹਿੰਦੇ ਨੇ ਆਓ ਦੌੜ ਗਏ ਨੇ, ਬਾਹਾਂ ਛੱਡ ਕੇ ਦੌੜ ਗਏ ਨੇ। ਜਿਨ੍ਹਾਂ ਸਾਡਾ ਮਨੋਬਲ ਵਧਾਇਆ ਸੀ ਉਹ ਮਨੋਬਲ ਸਾਡਾ ਢਹਿ ਗਿਆ, ਕਿਉਂਕਿ ਸਾਡਾ ਆਸਰਾ ਉਹ ਬਣੇ ਸਨ ਤੇ ਚਲੇ ਗਏ ਨੇ। ਤੇ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦਾ ਸਮਾਂ ਕਿਤੇ ਬਣ ਜਾਵੇ ਨਾ ਭਾਈ, ਸਾਰੇ ਆਸਰੇ ਖਤਮ ਹੋ ਜਾਣ। ਜਿਨ੍ਹਾਂ ਨੇ ਹਾਂ ਕੀਤੀ ਹੁੰਦੀ ਏ ਉਹ ਨਾ ਕਰ ਜਾਣ ਜਾਂ ਸਮੇਂ ਸਿਰ ਪਹੁੰਚਣ ਕੋਨਾ, ਤੇ ਫਿਰ ਉਸ ਵਕਤ ਭਾਈ ਜੇ ਆਹ ਗੱਲ ਕਿਤੇ ਹੋ ਜਾਏ ਨਾ ਮਨ ਦੇ ਅੰਦਰ, ਤੇ ਫਿਰ ਤੈਨੂੰ ਇਹ ਔਂਕੜ ਵਿੱਚੋਂ ਉਹ ਬਚਾ ਲਵੇਗਾ, ਇਸ ਮੁਸ਼ਕਿਲ ਵਿੱਚੋਂ ਉਹ ਬਚਾ ਲਵੇਗਾ। ਮਹਾਰਾਜ ਕੌਣ? ਸਾਹਿਬ ਕਹਿੰਦੇ ਨੇ ਚੇਤੇ ਆਵੈ ਉਸ ਪਾਰ ਬਰਮ, ਲੱਗੈ ਨਾ ਤੱਤੇ ਵਾ। ਇੱਕ ਵਾਰ ਰਸਨਾ ਕਰੋ, ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਕਹਿੰਦੇ ਨੇ ਕਿ ਇੱਕ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ, ਉਹਦੇ ਚਰਨਾਂ 'ਚ ਅਰਦਾਸ ਕਰੋ ਕਿ ਸਤਿਗੁਰੂ ਸਾਡੇ ਤੇ ਸੰਗੀ ਸਾਥੀ ਸਾਨੂੰ ਸਹਾਰਾ ਦੇਣ ਵਾਲੇ ਭੱਜ ਗਏ ਨੇ, ਹੁਣ ਤੇ ਤੂੰ ਹੀ ਹੈ ਸਾਡਾ ਆਸਰਾ। ਇੱਥੋਂ ਤੱਕ ਕਿੰਨੇ ਨਜ਼ਦੀਕੀ ਵੀ ਹੋਣ ਨਾ ਤੇ ਉਸ ਸਾਥ ਦੇਣ ਦੀ ਹਾਂ ਕੀਤੀ ਹੁੰਦੀ ਏ, ਉਹ ਫਿਰ ਨੇੜੇ ਕੋ ਨਹੀਂ ਟੁਕਦੇ। ਆਪਾਂ ਇੱਕ ਸਾਖੀ ਦੇ ਰਾਹੀਂ ਇਹ ਗੱਲ ਸਪਸ਼ਟ ਕਰੀਏ। ਇੱਕ ਪਾਸੇ ਪਾਂਡਵ ਨੇ, ਇੱਕ ਪਾਸੇ ਕੈਰੋ ਨੇ। ਕੈਰੋ ਜਿਹੜੇ ਨੇ ਉਹ ਰਾਜ ਗੱਦੀ ਦੇ ਉੱਤੇ ਬੈਠੇ ਨੇ, ਰਾਜ ਭਾਗ ਉਹਨਾਂ ਦੇ ਹੱਥ ਵਿੱਚ ਹੈ। ਪਾਂਡਵ ਜਿਹੜੇ ਨੇ ਉਹ ਵਿਚਾਰੇ ਬਨਵਾਸੀ ਨੇ, ਜੋ ਕਿ ਜੰਗਲ ਵਿੱਚ ਆਪਣਾ ਸਮਾਂ ਕੱਟ ਕੇ ਆਏ ਨੇ ਬਨਵਾਸ ਤੋਂ। ਹੁਣ ਇਸ ਵਕਤ ਦੁਰਯੋਧਨ ਨੇ ਦ੍ਰੋਪਦੀ ਦੀ ਬੇਪਤੀ ਕਰਨੀ ਚਾਹੀ। ਹੋਇਆ ਕੀ ਕਿ ਉਹਨੂੰ ਹਾਰ ਬੈਠੇ ਸਨ। ਜਦੋਂ ਉਹਨੂੰ ਸਭਾ ਵਿੱਚ ਲਿਆਂਦਾ ਗਿਆ ਤੇ ਬੜੀ ਭੈੜੀ ਹਾਲਤ ਵਿੱਚ ਫੜ ਕੇ ਲੈਂਦਾ, ਕੇਸਾਂ ਤੋਂ ਪਕੜ ਕੇ ਕਿਸੇ ਨੂੰ ਲੈ ਕੇ ਆਉਣਾ ਕੋਈ ਛੋਟੀ ਦੁਰਦਸ਼ਾ, ਬੜੀ ਵੱਡੀ ਬੇਇੱਜ਼ਤੀ ਹੈਗੀ। ਇਸ ਢੰਗ ਨਾਲ ਮਹਿਲਾ ਵਿੱਚੋਂ ਉਹਨੂੰ ਕੱਢ ਕੇ ਲਿਆ ਕੇ ਤੇ ਸਭਾ 'ਚ ਖੜੀ ਕਰ ਦਿੱਤੀ। ਹੁਣ ਦੁਰਯੋਧਨ ਨੇ ਹੁਕਮ ਕਰ ਦਿੱਤਾ, ਇਹਨੇ ਇੰਨੇ ਆਪ ਸ਼ਬਦ ਮੇਰੇ ਵਾਸਤੇ ਵਰਤੇ ਸਨ ਕਿ ਅੱਜ ਸਦਾ ਇਹਨੂੰ ਦਿੱਤੀ ਜਾਏਗੀ, ਇਹਨੂੰ ਵੀ ਬੇਪੜਦ ਕਰ ਦੇ।
जिस ये हुक्म होया हुण उसे सभा च जो कि ये पति जड़े ने कि ये परिवार के जी ने पांडव जड़े ने पंजे बैठे पे ने जेडे महाबाणी बड़े योधे ने जिन्हों के कारनामे ने गल्लां महाभारत के अंदर बड़ियां वड्डियां वड्डियां कीतियां होईयां ने कहंदे ने वो बैठे ने उन्हां दे गुरु बैठे ने विश्वामित्र वर्गे कहंदे ने होया कि जिस वक्त उन्हें हुक्म किया इनू बेपड़द कर दे पंजे पांडव जेडे ने वो वेखदे पे ने और हुक्म भी सुनिया है पर उन्हें किसी ने हिया नहीं किया कि दुर्योधन के नाल इस गल की भाई गलबात की जाए मुकाबला किया जाए किस तरह किया जाए नहीं तो ये साढ़े सामने नहीं कर सकता इन्नी गल नहीं की किसी ने हुण अपने ने जो कि परिवार का जी भी अपना द्रौपदी हिम्मत नहीं पई किसी की जिस वक्त वेख्या सभा च साडा राजगुरु बैठा होया उन्हें भी नीवी पाई कि दुर्योधन वो शर्म कर लेगा कि अपना वाक वापस ले लेगा ਜਾਂ ये कहेगा राजगुरु कि नहीं दुर्योधन होर तो तू सब कुछ कर सकता है पर यदि बेपति नहीं तू कर सकता इनू बेपड़द नहीं कर सकता ये मेरे होंदे मैं ये काम नहीं तेनों कर देना कहते ने राजगुरु भी चुप करके बैठा होया हुण की होया उस उहदी कीती अरदास जिहड़ी उस अरदास ने की रंग लिआंदा इस मुश्किल दे विच कौन दा साथी बनिया भाई साहब भाई गुरदास जी कहंदे ने द्रौपदी कुपीन मातर दई जो मनीसर है तांते सभा मध पयो बसन अथा जी कहते जो ने अरदास की तो ये दुर्योधन के लोगों ने एहलकारा ने उन बेपड़द करने वास्ते अपना जतन किया पर कहते ने मालक ने उसकी किन्नी रख्या की है कि कहते ने बस्तर वह उतारने वास्ते जतन किया बस्तर के ढेर लगते गए ने पर उन्होंने आसा पूरी नहीं हुई वो भावना पूरी नहीं हुई वाहिगुरू ने उसका पर्दा रख लिया धन गुरु अर्जन देव पातशाह इस ढंग नाल ही सानू इस गल का दिलासा देंदे ने कि भाई चित आवे उस पार ब्रह्म लगै न तत्तेवा वाहिगुरू आ जाए चेते ते कार्य सफला हो जाते ने इज्जत रह जाती है पत रह जाती है तत्तीवा का भाव थोड़ी घनी भी मुश्किल नहीं आती जी। तो दूसरा पद है गुरु प्यारे जे को होवै दुबला नंग भुख के पीर दुबला का भाव कमज़ोर जे भाई कोई कमज़ोर बंदा होवे शरीर पक्षों भी बड़ा कड़ंगू जिहा होवे फिर वो तन ते कोई बस्तर भी ना होवे खाण पीण वास्ते पदार्थ ना होण कहंदे ने पीड़ा दर्दां उन्हों होंदियां होण दमड़ा पल्ला ना पवै ना को देवे धीर उन्होंने मंगिया एक पैसा भी कोई ना दिंदा होवे दमड़े का भाव दमड़ी का भाव कि छोटे तो छोटी जिहड़ी कि उस वक्त देश के जिहड़े धन सी उहदी कि एक अंग जिहड़ा है जिवें इत्थे आपां कहंदे पैनी तो उत्थे दमड़ियां कौड़ियां आ चलदियां सन सतगुर पातशाह कहंदे ने कि दमड़ा पल्ले ना पवे दमड़ा रुपए नूं भी कहंदे ने पर उहदा आखिरी हिस्सा जिहड़ा कि कहा जांदा दमड़ी छोटी तो छोटी भी कि वित्त की जिहड़ी कि इन्नी सहायता करने वाला ना कोई होवे ना को देवे धीर ते ना ही उदों भाई कोई हौसला देने वाला होवे कि उन्होंने धीरज देने वाला होवे घबराई ना तेरे कार्य जड़े ने असी करांगे। साहब कहते ने इन्नी गल भी कोई कहने वाला कोल ना होवे स्वार्थ स्वाव ना को करे कहते ना किछ होवे काज कोई उहदा काज करने वाला ना होवे भाव उहदी सहायता करने वाला ना कोई होवे उहदे स्वार्थां नूं कोई ऐसा पूरियां करने वाला ना होवे। तो साहब कहते ने इवें दा समा जीवन च किते बन जावे चित आवे उस पार ब्रह्म तां नेचल होवै राज। साहब कहते इस समय औकड़ दे जे परमात्मा चेते आ जाए वाहिगुरू चेते आ जाए जिमें इस द्रौपदी की पत रह गई इज्जत रह गई जिमें हाथी ने अपने औकड़ दे समय मालक के चरणों च बेनती की पातशाह तू मैनू बड़ी ताकत दिती बड़ा बल दिता है इस बल दे नाल मैं बड़े 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 कारनामे जंगलों च कर देना आसे पासे कर देना पर आ जिहड़ा तेंदुआ मैनू पानी डूंघे च खिंच के लै गया जिथे मेरे पैर जड़े ने बेआसरे हो गए ने मैं खड़ा नहीं हो सकता उन्हें होर थोड़ा जिहा जोर लाया तो मैं डुब जावांगा खत्म हो जावांगा इस तू ही मेरी रख्या कर सकदा तो होया की साहब कहते ने गज जो हो सहाय गज दा पावे हाथी जिवें ओहदी रख्या तुसीं कीती है पातशाह इवें मेरी जो कि पातशाह मेरी रख्या करो
जो अरदास करने वाला जिहड़ा है उदाहरण वो देवे कि जिवें हाथी की रख्या कीती तंदूए तो बचा लिया, इवें पातशाह इस मुश्किल च मैनूं भी हथ दे के बचा लो जी। तो साहब कहते ने ये अरदास कीती प्रवान हो जाती है जे उस मुश्किल के अंदर रब चित आ जाए तो चित आवे उस पार ब्रह्म तो निचल होवे राज, उन्होंने सदीवी राज भाग मिल जाता है। ऐसी गुरु पातशाह कृपा कर देंगे ने, वो सारिया मुश्किलां जड़ियां ने कट के ते वधिया उहदा जीवन बना देंगे ने। वो सोचता है कि मैं है की सां, ते वेखो भाई मालक ने मेरे उत्ते कैसी कृपा की है ते किस अवस्था में मैनूं पहुँचा दिता है। जां को चिंता बात बात देही व्यापै रोग, जिस बंदे दे उत्ते भाई इस तरह दी बीमारियां पईयां होण, जिन्होंने बहुत सारी चिंता ते फिकर लगे होण, तन भी जिहड़ा ठीक ना होवे, रोगी होवे, गृहस्थ कुटुंब पलेटिया कदे हरख कदे सोग, गृहस्थी जीवन भी जो इन्ना वधिया ना चलदा होवे, परिवार बहुत वड्डा होवे, उन्हां दे वास्ते लोड़ां पूरीआं करन दा कोई प्रबंध ना होवे, जो कि ऐसे मुश्किलों के अंदर वो जीव लपेटिया होवे। फिर जीवन में कदे ऐसे वड्डे परिवार च कदे खुशी कदे गमी, कदे खुशी कदे गमी, कदे हरख कदे सोग, सोग का भाव है गमी, हरख का भाव है खुशी। इदां दे समय व्यापते रहन ते उन्हां समयां ते खर्चों की लोड़ होंदी है। खुशी का समा आया कि भाई बरादरी च जां धी भैन का विआह है तो कुछ ना कुछ करना पैना, पैसा कोल कोई नहीं। फिर जां कोई बीमारी आ गई तो जां कोई मौत हो गई, इस तरह का समा गमी का आ गया। इदां दे वापरते रहिंदे ने, इन्हां चों निकलना ऐसे जीव वास्ते बड़ा मुश्किल है। तो साहब कहते हैं कि इन्हां दी जेकर पूर्ति वास्ते कुछ यतन करना चाहे वह मनुख गाउण करे चा कुंटका घड़ी न बैसन सोए, क्यों कुंटा में फिर आवे कि मेरी कोई इमदाद करने वाला होवे। कह तो भाव हर अगे अपनी बेनती कर आवे, हाथ अगे करके मंग लवे मैनू इस समय के उत्ते कुछ मेरी इमदाद करो। तो धन गुरु अर्जन देव पातशाह कहते हैं कि भाई क्यों कुंटका, जो गाउण करे, गाउण का भाव गमन करना, फिरना तुरना, आउना जाना, लोगों के कोल इमदाद लैन वास्ते बचन करना, बेनती करनी। गाउण करे चाओ कुंटका घड़ी ना बैसन सोए, इस चिंता विच उन्होंने आराम करने वास्ते एक मिनट भी समा ना मिले। तो साहब कहते हैं इस बिपता विच जे जीव किते फसिया होवे तो उन्होंने की करना चाहिए। गुरु प्यार वाले तीसरा पदा है, मानू गुरु पातशाह सानू इन्ने ये जड़े फार्मूले प्रदान करते पे ने कि टेक किते रखनी है, आस किते रखनी है, बेनती किदे अगे करनी है। जे बंदा तेरी बेनती नहीं सुनता तो फिर भाई तू की कर। साहब कहते हैं चेते आवे उस पार बरम तन मन शीतल होए, इस समय के अंदर जे वाहगुरू चेते विच आ जावे तो भाई जिन्नी चिंता सी, जिन्ना फिक्र सी, जिन्ने दुख तकलीफ सन, वो सारे सारे खत्म हो जाते हैं। मालक विध ऐसी बना देंदा है, उहदे कारज सवर जाते हैं, उन्होंने जीवन च सुख प्राप्त हो जाता है। ये वाहगुरू की बख्शिश ते रहमत जिहड़ी है उहदे उत्ते वापर जाती है। तो गुरु पातशाह अगे चौथे पद च फरमान करते हैं। साहब कहते हैं भाई काम क्रोध मोह वस किया किरपन लोभ प्यार, बंदे नूं यह विकार जिहड़े ने ये घेर के बह जाण, कामी होवे, क्रोधी होवे, साहब कहते हैं मोह वस होवे, मोह का जलाल जिहड़ा पिया होवे। मोह बारे गुरु पातशाह ने लिखिया कि एक बहुत वड्डा चिक्कड़ है, पंक जो मोह पग नहीं चल हम देखा तह डूबी हले। ये ऐसे विकार ने जिन्हें च मोह क्रोध आ जड़े सारे बड़े हावी ने। तो सब के घर च बैठे हैं, आप गुरुद्वारे नूं आउण लगे हो या किसी कर्म ते चले चंगे ते, पर पोतरे ने या पुत्र ने बाहां उलार दित्तियां ने, तुसीं उहनूं चुक लिया, हुण फड़ाना चाहते वो तुहाडी गोद च उतरदा नहीं, तुसीं भी नहीं छड्डना चाहते कि बच्चे नाल मोह हैगा। ऐसा कहते हैं मोह एक चिक्कड़ है, क्रोध एक ऐसा चिक्कड़ है, बंदा अपने आप को बस में नहीं रख सकता, बहुत वड्डा कारनामा कर जाता है। साहब कहते हैं इदां दियां जिहड़ियां कि विपता वालियां घड़ियां मनुख दे उत्ते आ जाण ते फिर की हुंदा है, काम क्रोध मोह वस किया किरपन लोभ अपा प्यार। लोभ लालच माया का बड़ा प्यार हुंदा,
बड़ी मन च ਉਹਦੀ खिच होंदी कि किसी ने कोई पैसा भी ना दिता जाए। मैनूं गाथा एक चेते आई, एक बंदा नहाउण वास्ते गया गंगा ते होया कि सामने भगवान आ गए। उन्हें कहा भाई ये दान ते दे ना, पहला इशनान करी जाना गंगा च। ते कहंदे मैं तो बड़ा दूर आके इशनान कर लगा कि इत्थे पंडित कोई आउणा नहीं दान वाला, ते तुसीं कित्थों आ गए? कहंदा हाँ भाई मैं हाज़र हो ही गया तेरे कोल, लिया दान दे, जो मर्जी दे दे, तेनों ये नहीं कि तू इन्ने पैसे दे इन्ने दे। कहंदा फिर एक धेला देंगे। कहंदा ठीक है। वो इशनान करके बाहर निकले, कपड़े लगा पाउण, पाए उन्हें कपड़े, कहंदा लिया भी धेला मैनूं दे दे। तू क्या धेला दे देंगा? वो कपड़े पा के तुर पे, कहंदे मेरे कोल कोई नहीं, घरे देंगा, तू इत्थे नहीं मैं लै आवांगा। ठीक है भाई। चला गया अपने नगर, भगवान भी पिछे चल गया, पांडे के रूप धारण किया। एक गल सानूं समझाउण वास्ते है, ना कि तरूठ नहीं। होया कि वो नगर पहुँचा, घर वड़िया तो मगर दरवाजा खड़ गए। बतन नूं कहंदा देख कौन है? कहने लगे कोई पंडित है। कहंदे कि मैं उन्होंने मिलना चाहना। कहंदे उन्होंने कह दो घर कौन नहीं। कहंदे उन्हें झूठ ना बोलो, वो मेरे सामने तो अंदर वड़िया है। उन्होंने कह जाके मर गया हो। कहंदे अच्छा मर गया है तो मैं नहीं जाता, मैं उन्हें संस्कार करके ही जावांगा। होया कि वो अंदर आ गया, सारे पिंड नूं दुहाई पाती भई वो फलाना जो कि किराड़ हैगा वो चढ़ाई कर गया। लोग वो विहड़े च आ गए, कहंदे वाधू की बिपता ही गल पै गई कि धेला नहीं दिता, आ किड्डा वड्डा इन्हें काम कर दिता। होया कि उन्होंने दम घुटना आउंदा सी, साह रोकना आउंदा सी, साह रोक के लम्मा पै गया, उन्हें समझे मर गया। लोग कहने लगे हुण लै चलीए संस्कार इहदा करिए। जदों लै तुरे जाके लकड़ां ते रख दिता, तो हुण उपर दियां लकड़ां रखण लगे तो भगवान जिहड़ा पंडित बनिया पिया सी कोल आ गए। कहंदा भई हुण उपर दियां लकड़ां रखियो, मैं इहदे नाल एक दो गल्लां करनियां। कोल गया तो उहदे नाल मूँह खोल के ते कहंदा गल कर, मेरे नाल अखां खोल ते गल मेरी सुन ध्यान दे नाल। कहंदा हाँ। कहंदा मैं कोई तेरे को लैण वास्ते नहीं आया, कुछ देण वास्ते आया। ते बोल की मंगना चाहुंदा है? कहंदा अच्छा देण आए? कहंदा हाँ। कहंदा फिर वो धेला छड़ दिओ, होर कुछ नहीं चाहिए। कंजूस बंदा इत्थे तिकर हुंदा है। साहब कहंदे ने किरपन लोभ प्यार, एक कंजूस नूं माया नाल किन्ना प्यार है, चिखिया ते पिया भी धेला जिहड़ा कि देण वास्ते तैयार कोई नहीं हैगा। तो साहब कहंदे ने कि पचारे किल वेखे उन्हें अग कीए, होआ असर संघार। चारे किल वेख, चार पाप जीवन च बहुत वड्डे। साहब कहंदे ने गऊ मारनी, ब्राह्मण मारना, अपने जिहदी विद्या जिहदे कोल प्राप्त कीती उहदी पत्नी दे नाल बुरा करना, ते जां भाई ये पाप जिहड़े ने कर लेने जीवन विच। इस तरह के पाप जे कमाल है हुण जीवन विच जिहड़े कि मुआफ ना हो सन। असर संघार किहनूं कहंदे ने? असर कहंदे ने दैत, संघार भाव उन्हां नूं मारन वाला होवे। कहंदे ने इदां दे पाप जिहड़े ने अग मैने हुंदा पाप ये कीते होण जेकर पोथी गीत कवित किश कदे न करन धरिया जीवन विच। कदी गुटका लैके जप दी पाणी दा पाठ ना कीता होवे, कदी गीता दा पाठ भाव अपने धर्म ग्रंथ नूं कदी उन्हें वेख्या ते करना होवे। कहंदे ने ना ही उन्हां दा उन्हें कोई शब्द कोई बोल ऐसा कन्नां नाल सुनिया होवे। इवें दी अवस्था जे किते बन जावे तां साहब कहंदे ने चित आवे उस पार बरम, तां निमख सिमरत तरिया। इस समय भी जे रब किते चेते आ जावे, वाहिगुरू चेते किते आ जावे, वो जीव ऐसा पापी जिन्हें चार किलवे कीते ने, चार वड्डे बदर पाप कीते ने, जिन्हों आपां करैतां कहंदे आ वड्डियां इदां दियां कमाईयां होण ते कहंदे ने जे आ जाए उसनूं रब चेते ते निमक एक अख दे झमकण दे झलकारे जिन्हें ਉਹਦਾ बचाव हो सकता है। तो धन गुरु अर्जन देव पातशाह ने अज दे इस शब्द राही सानू मालक दे नाम जुड़न वास्ते ऐसे बचन जड़े ने वो साझे कीते ने। अगले समय के अंदर जिहड़े कि शब्द चार बंद ने उन्हां दे विचार साझी करांगे। अज इन्नी सेवा प्रवान भुलां चुकां दी खिमा करनी, सतगुरु पातशाह बख्शिश करन, रहमत करन, जो कि अपने पावन पवित्र ये शब्द विचार के नाल सानू जोड़न ते साडा भी भरोसा जिहड़ा है वो वाहिगुरू दे उत्ते बने, रब दी महर दे पात्र बन।